ਸਤਨਾਮ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਵਾਹਿਗੁਰੂ ਸਾਹਿਬ ਜੀਓ। ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਸਰੂਪ ਖਾਲਸਾ ਸਾਧ ਸੰਗਤ ਜੀਓ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਜਿਨ੍ਹਾਂ ਦੇ 4 ਸਾਹਿਬਜ਼ਾਦੇ ਬੇਅੰਤ ਜਾਨ ਤੋਂ ਪਿਆਰੇ ਸਿੰਘ, ਜੋ ਇਸ ਪੋਹ ਦੇ ਹਫ਼ਤੇ ਦੇ ਵਿੱਚ 7 ਪੋਹ ਤੋਂ ਲੈ ਕੇ 13-14 ਪੋਹ ਤੱਕ ਦਾ ਇਤਿਹਾਸ ਹੈ। ਸਾਰੀਆਂ ਸੰਗਤਾਂ ਜਿੱਥੇ ਦੁਨੀਆ ਭਰ ਦੇ ਵਿੱਚ ਗੁਰੂ ਪਾਤਸ਼ਾਹ ਜੀ ਦੇ ਇਸ ਮਹਾਨ ਇਤਿਹਾਸ ਦੀਆਂ ਵਿਚਾਰਾਂ ਕਰ ਰਹੀ ਹੈ, ਉਹਨਾਂ ਮਹਾਨ ਯੋਧਿਆਂ ਦੀਆਂ ਪਵਿੱਤਰ ਅਸਥਾਨਾਂ ਦੇ ਉੱਪਰ ਜਾ ਕਰ ਕੇ ਹਾਜ਼ਰੀਆਂ ਲਗਾ ਰਹੀਆਂ ਹਨ। ਆਓ ਆਪਾਂ ਵੀ ਰਲ ਮਿਲ ਕਰਕੇ ਆਪਣੇ ਜੀਵਨ ਦੇ ਵਿੱਚੋਂ ਕੁਝ ਸਮਾਂ ਉਸ ਪਾਵਨ ਇਤਿਹਾਸ ਦੀਆਂ ਵਿਚਾਰਾਂ ਦੇ ਵਿੱਚ ਜੁੜੀਏ। ਧੰਨ ਕਲਗੀਆਂ ਵਾਲੇ ਦਸਮੇਸ਼ ਪਾਤਸ਼ਾਹ ਜੀ ਦਾ ਜੋ ਸਾਰਾ ਪਰਿਵਾਰ ਅੱਜ 7 ਪੋਹ ਵਾਲੇ ਦਿਨ ਸਰਸਾ ਨਦੀ ਦੇ ਕਿਨਾਰੇ ਦੇ ਉੱਪਰ ਵਿਛੜਿਆ ਹੈ, ਜੋ ਮੁੜ ਕੇ ਕਦੇ ਵੀ ਨਹੀਂ ਮਿਲਿਆ। ਆਨੰਦਾਂ ਦੀ ਪੁਰੀ, ਜਿੱਥੇ ਬੇਅੰਤ ਰੌਣਕਾਂ ਲੱਗੀਆਂ ਹੋਇਆ ਕਰਦੀਆਂ ਸਨ, ਜਿਹਦਾ ਨਾਮ ਹੀ ਆਨੰਦਪੁਰੀ ਹੈ। ਬੇਅੰਤਾਂ ਸੰਗਤਾਂ ਆਉਂਦੀਆਂ ਗੁਰੂ ਪਾਤਸ਼ਾਹ ਕਲਗੀਆਂ ਵਾਲੇ ਦਸਮੇਸ਼ ਪਾਤਸ਼ਾਹ ਜੀ ਦੇ ਦਰ ਦੇ ਉੱਪਰ ਮਨੋਕਾਮਨਾਵਾਂ ਪੂਰੀਆਂ ਕਰਦੀਆਂ। ਸਤਿਗੁਰੂ ਜੀ ਦੀ ਉਪਮਾ ਹਰ ਰੋਜ਼ ਦੂਣੀ ਚੌਣੀ ਵੱਧਦੀ ਜਾ ਰਹੀ ਹੈ। ਇੱਕ ਰਣਜੀਤ ਨਾਮ ਦਾ ਨਗਾਰਾ ਤਿਆਰ ਹੋਇਆ ਏ, ਜਿਹਨੂੰ ਸਤਿਗੁਰੂ ਜੀ
ਦੇ ਹੁਕਮ ਦੇ ਨਾਲ ਵਜਾਇਆ ਜਾਂਦਾ ਹੈ। ਸਤਿਗੁਰੂ ਜੀ ਆਪਣੇ ਸਿਪੇ ਸਲਾਰ ਸਿਪਾਹੀਆਂ ਦੇ ਨਾਲ, ਸਿੰਘਾਂ ਦੇ ਨਾਲ ਸ਼ਿਕਾਰ ਖੇਲਣ ਦੇ ਲਈ, ਯੁੱਧ ਵਿਦਿਆ ਦੇ ਅਭਿਆਸ ਦੇ ਲਈ ਜਾਇਆ ਕਰਦੇ ਸਨ ਪਹਾੜੀ ਇਲਾਕੇ ਵੱਲੇ। ਰਣਜੀਤ ਨਗਾਰਾ ਵੱਜਦਾ ਏ ਤੇ ਪਹਾੜੀ ਰਾਜੇ ਨੇ ਜਿਹੜੇ, ਉਹਨਾਂ ਦਾ ਦਿਲ ਧੜਕਦਾ ਹੈ। ਕਿਧਰੇ ਕਿਧਰੇ ਇੱਦਾਂ ਲੱਗਦਾ ਏ ਕੋਈ ਸੈਨਾ ਚੜ੍ਹਾਈ ਕਰਕੇ ਆ ਗਈ ਹੈ, ਔਰ ਕਿਧਰੇ ਸਿੰਘ ਚਲੇ ਜਾਂਦੇ ਘੋੜਿਆਂ ਦੇ ਲਈ ਜੰਗਲ ਦੇ ਵਿੱਚੋਂ ਚੰਗਾ ਹਰਾ ਚਾਰਾ ਲੱਭਣ ਦੇ ਵਾਸਤੇ, ਤਾਂ ਕਿਧਰੇ ਸੈਨਾ ਨਾਲ ਝੜਪ ਹੋ ਪੈਂਦੀ। ਆ ਛੋਟੀਆਂ ਛੋਟੀਆਂ ਗੱਲਾਂ ਕਰਕੇ ਰਾਜੇ ਭੀਮ ਚੰਦ ਵਰਗੇ ਜਿਹੜੇ ਬੜੇ ਦੁਖੀ ਹੁੰਦੇ ਸਨ, ਤੇ ਇੱਧਰ ਮੇਰੇ ਕਲਗੀਧਰ ਦਸ਼ਮੇਸ਼ ਪਾਤਸ਼ਾਹ ਜੀ ਦੇ ਦਰ ਤੇ ਬੜੀਆਂ ਰੌਣਕਾਂ ਲੱਗੀਆਂ ਹੋਈਆਂ ਪਈਆਂ ਸਨ। ਸੋਹਣੇ ਚੰਗੇ ਚੰਦੋਆ ਸਾਹਿਬ ਗੁਰੂ ਜੀ ਦੇ ਸਿਰ ਉੱਪਰ ਸ਼ੋਭਦੇ ਸਨ, ਸੋਹਣੇ ਛਤਰ ਸ਼ੋਭਦੇ ਸਨ, ਸੋਹਣੀ ਸੀਸ ਦੇ ਉੱਤੇ ਕਲਗੀ ਸ਼ੋਭਦੀ ਸੀ। ਗੁਰੂ ਕੋਲ ਇੱਕ ਐਸਾ ਵੀ ਕਿਸੇ ਸਿੱਖ ਨੇ ਹਥਿਆਰ ਦਿੱਤਾ ਏ ਜਿਹਦੇ ਵਿੱਚ 9 ਹਥਿਆਰ ਫਿੱਟ ਹੋ ਜਾਂਦੇ ਨੇ। ਇੱਕ ਬੜਾ ਸੋਹਣਾ ਹਾਥੀ ਜਿਹਨੂੰ ਪ੍ਰਸਾਦੀ ਹਾਥੀ ਕਿਹਾ ਜਾਂਦਾ, ਚਿੱਟੇ ਰੰਗ ਵਾਲਾ, ਕਹਿੰਦੇ ਨੇ ਉਹ ਵੀ ਗੁਰੂ ਪਾਤਸ਼ਾਹ ਜੀ ਦੇ ਉੱਤੇ ਬੜੀ ਅਮੋਲਕ, ਬੜੀ ਸੋਹਣੀ ਚੌਰ ਸਾਹਿਬ ਕਰਿਆ ਕਰਦਾ ਹੈ। ਵੱਡੇ ਵੱਡੇ ਰਾਜੇ ਮਹਾਰਾਜਿਆਂ ਦੀਆਂ ਰੌਣਕਾਂ ਫਿੱਕੀਆਂ ਪੈਂਦੀਆਂ ਸਨ ਕਲਗੀਧਰ ਦਸ਼ਮੇਸ਼ ਪਾਤਸ਼ਾਹ ਜੀ ਦੇ ਦਰ ਤੇ। ਕਦੇ ਰਾਜੇ ਵੀ ਚੱਲ ਕੇ ਆਏ ਤੇ ਰਾਜਿਆਂ ਨੇ ਗੁਰੂ ਪਾਤਸ਼ਾਹ ਜੀ ਦੀ ਸ਼ੋਭਾ ਵੇਖੀ ਤੇ ਮਨ ਹੀ ਮਨ ਆ ਅਮੋਲਕ ਵਸਤੂਆਂ ਤੇ ਮਨ ਲੁਹਾਏ ਮਨ ਹੋ ਗਿਆ ਏ। ਕਿਸੇ ਨਾ ਕਿਸੇ ਢੰਗ ਦੇ ਨਾਲ ਚਾਹੁੰਦੇ ਨੇ ਕਿ ਇਹ ਸਾਰੇ ਅਮੋਲਕ ਜਿਹੜੀਆਂ ਵਸਤੂਆਂ ਨੇ, ਇਹ ਪ੍ਰਸਾਦੀ ਹਾਥੀ, ਸੋਹਣਾ ਚੌਰ, ਕਲਗੀ, ਸੋਹਣਾ ਚੰਦੋਆ, ਇਹ ਸਾਡੇ ਕੋਲੇ ਹੋਵੇ। ਜਿਸ ਕਾਰਨ ਕਰਕੇ, ਥੋੜੇ ਥੋੜੇ ਕਾਰਨਾਂ ਕਰਕੇ ਜਿਹੜੇ ਗੁਰੂ ਤੋਂ ਬੇਮੁਖ ਹੋਏ ਇਹ ਰਾਜੇ ਆਪ ਹੀ ਹੌਲੀ ਹੌਲੀ ਝਗੜਾ ਵਧਾਉਂਦੇ ਗਏ। ਕਈ ਵਾਰ ਗੁਰੂ ਜੀ ਦੀ ਸੈਨਾ ਦੇ ਨਾਲ ਇਹਨਾਂ ਦਾ ਟਾਕਰਾ ਵੀ ਹੋਇਆ। ਇਤਿਹਾਸ ਬੜਾ ਵੱਡਾ ਹੈ, ਪਰ ਆਪਾਂ ਟਿਊਬ ਮਾਤਰ ਥੋੜਾ ਥੋੜਾ ਕਰਕੇ ਵਿਚਾਰਨਾ ਹੈ। ਇਸੇ ਕਾਰਨ ਕਰਕੇ ਹੀ ਪਹਾੜੀ ਰਾਜਿਆਂ ਨੂੰ ਦਿਨੇ ਚੈਨ ਨਹੀਂ ਤੇ ਰਾਤ ਨੂੰ ਨੀਂਦਰ ਨਹੀਂ ਪੈਂਦੀ। ਗੁਰੂ ਦੀ ਉਪਮਾ ਵੱਧਦੀ ਜਾਂਦੀ ਹੈ। ਕਿਧਰੇ ਸਾਡੇ ਰਾਜ ਭਾਗ ਨਾ ਰੋਕ ਲਵੇ। ਇੱਧਰ ਸੰਸਾਰ ਦੇ ਲੋਕ ਨੇ ਜਿਹੜੇ ਸਮੇਂ ਦੇ ਰਾਜਿਆਂ ਕੋਲ ਜਾਂਦੇ ਨੇ ਤੇ ਰਾਜੇ ਸਹੀ ਨਿਉ ਨਹੀਂ ਕਰਦੇ, ਜਿਸ ਕਾਰਨ ਕਰਕੇ ਸੰਸਾਰ ਦੇ ਲੋਕਾਂ ਨੂੰ ਵੀ ਗੁਰੂ ਪਾਤਸ਼ਾਹ ਜੀ ਦੇ ਦਰ ਤੇ ਜਾਂਦੇ ਨੇ। ਤੇ ਗੁਰੂ ਮਹਾਰਾਜ ਜੀ ਉਸੇ ਵੇਲੇ ਆਪਣੇ ਕੁਝ ਪਿਆਰੇ ਸਿੰਘਾਂ ਨੂੰ ਭੇਜ ਕੇ ਦੋਸ਼ੀ ਨੂੰ ਸਜ਼ਾ ਦਿੰਦੇ ਨੇ, ਸੱਚਾ ਨਿਉ ਕਰਦੇ ਨੇ। ਇਸ ਕਾਰਨ ਕਰਕੇ ਵੀ ਕਲਗੀਧਰ ਦਸ਼ਮੇਸ਼ ਪਾਤਸ਼ਾਹ ਜੀ ਦੀ ਉਪਮਾ ਸੰਸਾਰ ਵਿੱਚ ਵੱਧਦੀ ਏ। ਵਜ਼ੀਰ ਖਾਂ ਵਰਗੇ ਰਾਜੇ, ਹੋਰ ਨੇੜ ਤੇੜ ਦੇ ਨਵਾਬ, ਇਹਨਾਂ ਨੂੰ ਵੀ ਗੁਰੂ ਪਾਤਸ਼ਾਹ ਜੀ ਦੀ ਵੱਧਵੀਂ ਉਪਮਾ ਹੈ ਜਿਹੜੀ ਉਹ ਹਾਜ਼ਮ ਨਹੀਂ ਆ ਰਹੀ। ਇੱਧਰ ਭੀਮ ਚੰਦ ਵਰਗੇ ਰਾਜੇ ਵੀ ਚਿੱਠੀਆਂ ਆਪਣੇ ਵੱਲੋਂ ਲਿਖਦੇ ਨੇ ਔਰੰਗਜ਼ੇਬ ਨੂੰ, ਦਿੱਲੀ ਵੱਲ ਨੂੰ। ਇਹ ਫਕੀਰ ਏ, ਇਹਨੇ ਸੈਨਾ ਰੱਖ ਲਈ ਏ, ਇਹ ਨਗਾਰਾ ਵਜਾਉਂਦਾ ਏ,
ਇਹ ਕਲੰਗੀ ਲਾਉਂਦਾ ਏ। ਘੋੜ ਸਵਾਰੀ ਕਰਦਾ ਇਹਨੇ ਸੈਨਾ ਰੱਖੀ ਹੋਈ ਏ। ਇੱਕ ਦਿਨ ਆਵੇਗਾ ਇਹ ਸਾਡੇ ਰਾਜ ਭਾਗ ਸਾਥੋਂ ਖੋਹ ਲਵੇਗਾ। ਸਾਡੇ ਰਾਜ ਭਾਗ ਚਲੇ ਗਏ ਤੇ ਦਿੱਲੀ ਦਾ ਰਾਜ ਵੀ ਚਲਾ ਜਾਵੇਗਾ। ਇੱਕ ਦਿਨ ਇਸ ਗੁਰੂ ਨੇ ਦਿੱਲੀ ਨੂੰ ਵੀ ਜਿੱਤ ਲੈਣਾ ਹੈ। ਆਏ ਦਿਨ ਕੋਈ ਨਾ ਕੋਈ ਚਿੱਠੀ ਲਿਖ ਕੇ ਔਰੰਗਜ਼ੇਬ ਦੇ ਵੱਲ ਪਾਉਂਦੇ ਨੇ। ਹੌਲੀ ਹੌਲੀ 1 2 4 ਚਿੱਠੀਆਂ ਹੋਰ ਨੇੜੇ ਤੇੜੇ ਰਾਜਿਆਂ ਦੀਆਂ ਚਿੱਠੀਆਂ ਜਦੋਂ ਪਹੁੰਚਦੀਆਂ ਨੇ ਔਰੰਗਜ਼ੇਬ ਦੇ ਕੋਲ, ਤੇ ਗੁਰੂ ਪਾਤਸ਼ਾਹ ਜੀ ਨੂੰ ਦਿੱਲੀ ਲਈ ਸੁਨੇਹਾ ਭੇਜਿਆ ਜਾਂਦਾ ਹੈ ਕਿ ਦਿੱਲੀ ਆਓ। ਸਮੇਂ ਦੇ ਨਾਲ ਹੌਲੀ ਹੌਲੀ ਗੱਲ ਵੱਧਦੀ ਇੱਥੋਂ ਤੱਕ ਪਹੁੰਚ ਚੁੱਕੀ ਏ ਕਿ ਹੁਣ ਗੁਰੂ ਨੂੰ ਜਿੰਦਾ ਜਾਂ ਮੁਰਦਾ ਪਕੜ ਕੇ ਲੈ ਕੇ ਆਓ। ਆਨੰਦਪੁਰੀ ਨੂੰ ਘੇਰਾ ਪਿਆ ਹੈ, ਚਾਰੇ ਪਾਸੇ ਘੇਰਾ ਪਿਆ ਹੋਇਆ ਏ। ਜਿਹਨੂੰ ਜੋਗੀ ਅੱਲਾ ਯਾਰ ਖਾਂ ਵੀ ਆਪਣੀ ਕਵਿਤਾ ਦੇ ਵਿੱਚ ਲਿਖਦੇ ਨੇ, ਜਿਸ ਦਮ ਆਨੰਦਪੁਰ ਮੇ ਸਤਿਗੁਰੂ ਮੁਕੀਮ ਥੇ, ਹਮਰਾਜ ਘਰ ਕੇ ਲੋਗ ਥੇ और कुछ नदीम थे, चारों तरफ से किला को घेरे गनीम थे, टूटे से रिजक के दिल सिंगा दो नीम थे, प्यासे थे और भूख की सिद्दत कमाल थी मुख्त सरसी फौज ਬੋਹ ਵੀ ਨਿਢਾਲ ਥੀ। ਜੰਗ ਯੁੱਧ ਹੋਏ, ਜੰਗਾਂ ਯੁੱਧਾਂ ਦੇ ਵਿੱਚ ਹਾਰ ਖਾਣੀ ਪਈ ਸੈਨਾ ਨੂੰ ਤੇ ਗੁਰੂ ਦੀ ਸਦਾ ਫਤਿਹ ਹੁੰਦੀ। 22 ਧਾਰ ਦੇ ਪਹਾੜੀ ਰਾਜਿਆਂ ਨੇ ਔਰ ਕੁਝ ਮੁਗਲ ਸੈਨਾ ਨੇ, ਦਿੱਲੀ ਦੀ ਸੈਨਾ ਨੇ ਰਲ ਮਿਲ ਕੇ ਮਤਾ ਪਕਾ ਲਿਆ ਏ ਕਿ ਆਪਾਂ ਆਨੰਦਪੁਰੀ ਨੂੰ ਚਾਰੇ ਪਾਸਿਓਂ ਘੇਰ ਲੈਂਦੇ ਹਾਂ ਔਰ ਆਪੇ ਭੁੱਖੇ ਮਰਦੇ। ਜਦੋਂ ਆਪੇ ਹੀ ਬਾਹਰ ਆਵਣਗੇ, ਅਸੀਂ ਕੁਝ ਵੀ ਇਸ ਆਨੰਦਪੁਰੀ ਦੇ ਵਿੱਚ ਜਾਣ ਨਹੀਂ ਦੇਣਾ। ਔਰ ਇਸੇ ਗੱਲ ਦੇ ਉੱਤੇ ਗੌਰ ਹੋਇਆ ਕਿ ਚਾਰੇ ਪਾਸਿਓਂ ਕਿਲੇ ਨੂੰ, ਆਨੰਦਾਂ ਦੀ ਪੁਰੀ ਨੂੰ ਘੇਰਾ ਪਾ ਲਿਆ। ਤਕਰੀਬਨ ਇਤਿਹਾਸ ਦੇ ਵਿੱਚ ਲਿਖਿਆ 7-8 ਮਹੀਨੇ ਲਗਾਤਾਰ ਘੇਰਾ ਪਿਆ ਰਿਹਾ ਹੈ। ਕੁਝ ਕੁ ਸਿੰਘ ਨੇ ਹੁਣ ਜਿਹੜੇ ਬਾਹਰੋਂ ਸੰਗਤ ਆਉਂਦੀ ਏ ਉਹਨਾਂ ਨੂੰ ਰੋਕ ਦਿੰਦੇ ਨੇ ਸੈਨਾ, ਅੰਦਰ ਕਿਸੇ ਨੂੰ ਜਾਣ ਨਹੀਂ ਦਿੰਦੇ। ਅੰਦਰੋਂ ਕੋਈ ਸਿੰਘ ਬਾਹਰ ਨਹੀਂ ਆ ਸਕਦਾ। ਕਈ ਮਹੀਨੇ ਘੇਰਾ ਪਿਆ ਰਿਹਾ ਏ। ਵਿੱਚ ਦੀ ਸਿੰਘ ਜਾਂਦੇ ਨੇ ਸੈਨਾ ਦੇ ਕੋਲ ਰਾਤ ਵੇਲੇ, ਕਿਤੇ ਜਦੋਂ ਵੀ ਸਮਾਂ ਲੱਗਦਾ ਏ ਤੇ ਜਿਹੜੀਆਂ ਬਾਹਰ ਸੈਨਾ ਲੱਗੀ ਹੋਈ ਹੈ, ਲੜਾਈ ਹੁੰਦੀ ਹੈ, ਉੱਥੋਂ ਕੁਝ ਸਮਾਨ ਹੈ ਸਿੰਘ ਖਾਣ ਪੀਣ ਵਾਸਤੇ, ਉਹ ਵੀ ਕਦੇ ਚੱਕ ਲਿਆਉਂਦੇ ਨੇ। ਕਈ ਵਾਰ ਲੜਾਈ ਹੋ ਜਾਂਦੀ ਏ। ਇਹ ਸੈਨਾ ਵੀ ਬੜੀ ਤੰਗ ਹੈ ਕਿ ਸਾਨੂੰ ਬਹੁਤ ਸਮਾਂ ਹੋ ਗਿਆ ਬੈਠਿਆਂ ਨੂੰ ਤੇ ਗੁਰੂ ਤੇ ਬਾਹਰ ਨਿਕਲਣ ਦਾ ਨਾਮ ਹੀ ਨਹੀਂ ਲੈ ਰਿਹਾ। ਹੁਣ ਕੀ ਕੀਤਾ ਜਾਵੇ? ਤੇ ਫਿਰ ਇਹਨਾਂ ਨੇ ਇੱਕ ਇਹ ਵੀ ਵਿਉਂਤ ਬਣਾਈ ਏ ਕਿ ਇੱਕ ਹਾਥੀ ਨੂੰ ਸ਼ਰਾਬ ਪਿਆਓ ਤੇ ਉਹ ਹਾਥੀ ਮੂਹਰੇ ਜਾਵੇਗਾ, ਦਰਵਾਜ਼ੇ ਨੂੰ ਤੋੜੇਗਾ ਤੇ ਪਿੱਛੇ ਸਾਡੀ ਸੈਨਾ ਜਾਵੇਗੀ। ਅਸੀਂ ਇੱਕ ਵਾਰ ਕਿਲੇ ਵਿੱਚ ਦਾਖਲ ਹੋ ਗਏ ਤੇ ਫਿਰ ਗੁਰੂ ਸਾਡੇ ਕੋਲੋਂ ਬਚ ਨਹੀਂ ਸਕਦਾ। ਬੜੇ ਯਤਨ ਕਰਨ ਦੇ ਬਾਵਜੂਦ ਵੀ ਇਹ ਪਹਾੜੀਆਂ ਦੀ ਸੈਨਾ, ਮੁਗਲਾਂ ਦੀ ਸੈਨਾ ਸੀ ਜਿਹੜੀ, ਉਹ ਕਿਲੇ ਦੇ ਅੰਦਰ ਨਹੀਂ ਸੀ ਪਹੁੰਚ ਸਕੀ। ਤੇ ਇਹ ਵਿਉਂਤ ਬਣਾਈ ਸੂਈਆਂ ਦੇ ਕੋਲੋਂ ਪਤਾ ਲੱਗਿਆ ਕਲਗੀਧਰ ਪਾਤਸ਼ਾਹ ਜੀ ਨੂੰ ਕਿ ਹਾਥੀ ਨੂੰ ਤਿਆਰ ਕੀਤਾ ਜਾ ਰਿਹਾ ਹੈ। ਪਰ ਸਤਿਗੁਰੂ ਜੀ ਜਾਨੀ ਜਾਨ ਜਿਨ੍ਹਾਂ ਨੇ ਮੁਸਕਰਾ ਕੇ ਕਹਿ ਦਿੱਤਾ ਇਹ ਤਾਂ ਕੀ ਹੋਇਆ ਜੇ ਇੱਕ ਹਾਥੀ ਤੋਰ ਰਹੇ ਨੇ, ਸਾਡੇ ਕੋਲ ਵੀ ਹਾਥੀ ਏ, ਹਾਥੀ ਦਾ ਟਾਕਰਾ ਹਾਥੀ ਕਰ ਲਵੇਗਾ।
ਇੱਕ ਗੁਰੂ ਦਾ ਸਿੱਖ ਹੈ ਦੁਨੀ ਚੰਦ, ਸਰੀਰ ਕਰਕੇ ਥੋੜਾ ਭਾਰੀ, ਪਰ ਜਦੋਂ ਗੁਰੂ ਜੀ ਨੇ ਇਹਦਾ ਨਾਮ ਲਿਆ ਦੁਨੀ ਚੰਦ ਦਾ, ਤੇ ਕਹਿੰਦੇ ਨੇ ਮਨ ਹੀ ਮਨ ਇਹ ਡਰ ਗਿਆ ਸੀ। ਜੋ ਰਾਤ ਦੇ ਵੇਲੇ ਇੱਥੋਂ ਕਿਲੇ ਦੀ ਕੰਧ ਟੱਪ ਕੇ ਭੱਜਣ ਲੱਗਿਆ ਸੀ, ਇਤਿਹਾਸ ਵਿੱਚ ਲਿਖਿਆ ਹੈ ਕੰਧ ਤੋਂ ਡਿੱਗ ਕੇ ਜ਼ਖਮੀ ਹੋ ਗਿਆ ਸੀ ਤੇ ਹੌਲੀ ਹੌਲੀ ਸਮਾਂ ਪਾ ਕੇ ਚੜ੍ਹਾਈ ਕਰ ਗਿਆ। ਅਰ ਜਦੋਂ ਦੂਸਰਾ ਦਿਨ ਆਇਆ ਏ ਕਿ ਅੱਜ ਹਾਥੀ ਨੇ ਆਉਣਾ ਏ, ਤੇ ਮੇਰੇ ਸਤਿਗੁਰੂ ਕਲਗੀਧਰ ਦਸ਼ਮੇਸ਼ ਪਾਤਸ਼ਾਹ ਜੀ ਨੇ ਭਾਈ ਬਚਿੱਤਰ ਸਿੰਘ ਨੂੰ ਥਾਪੜਾ ਦਿੱਤਾ ਹੈ ਕਿ ਭਾਈ ਬਚਿੱਤਰ ਸਿੰਘ ਤੈਨੂੰ ਜਾਣਾ ਪੈਣਾ ਹੈ, ਹਾਥੀ ਦੇ ਨਾਲ ਟੱਕਰਾ ਕਰਨਾ ਪੈਣਾ ਹੈ। ਤੇ ਗੁਰੂ ਦਾ ਪਿਆਰਾ ਸਿੰਘ ਗੁਰੂ ਦਾ ਹੁਕਮ ਲੈ ਕੇ, ਅਸੀਸ ਲੈ ਕੇ ਘੋੜੇ ਤੇ ਸਵਾਰ ਹੋ ਕੇ ਉਸੇ ਵੇਲੇ ਕਿਲੇ ਦੇ ਵਿੱਚੋਂ ਤੁਰਦਾ ਹੈ, ਤੇ ਉਹ ਸਾਹਮਣੇ ਮਸਤ ਹਾਥੀ ਵੀ ਆ ਰਿਹਾ ਹੈ। ਘੋੜੇ ਨੂੰ ਦੌੜਾ ਕਰਕੇ ਤੇ ਸਾਹਮਣੇ ਹੋ ਕੇ ਇੱਕ ਵਰਸੀ ਨਾਗਣੀ ਲੈਂਦਾ ਹੈ, ਨਜ਼ਦੀਕ ਜਾ ਕੇ ਘੋੜੇ ਦੀਆਂ ਤੜਾਮਾਂ ਖਿੱਚਦਾ ਹੈ, ਜਿਸ ਕਾਰਨ ਘੋੜਾ ਮੂਹਰਲੇ ਪੈੜ ਆਪਣੇ ਚੁੱਕ ਲੈਂਦਾ ਹੈ। ਤੇ ਉਸੇ ਵੇਲੇ ਭਾਈ ਬਚਿੱਤਰ ਸਿੰਘ ਪੂਰੇ ਜ਼ੋਰ ਤੇ ਜੋਸ਼ ਦੇ ਨਾਲ ਇਸ ਨਾਗਣੀ ਨੂੰ ਹਾਥੀ ਦੇ ਮੱਥੇ ਤੇ ਮਾਰਦਾ ਏ, ਜੋ ਗੁਰੂ ਜੀ ਨੇ ਸਮਝਾ ਕੇ ਤੋਰਿਆ ਹੋਇਆ ਏ। ਕਹਿੰਦੇ ਨੇ ਹਾਥੀ ਦਾ ਜਿਹੜਾ ਮੱਥਾ ਏ ਸਭ ਤੋਂ ਕਮਜ਼ੋਰ ਹੁੰਦਾ ਏ, ਔਰ ਮੁਹੱਬਤ ਹੈ ਜਿਹੜਾ ਹਾਥੀ ਦੇ ਤੋਰਨ ਵਾਲਾ, ਉਹ ਵੀ ਅਕਸਰ ਹਾਥੀ ਨੂੰ ਸਿਰ ਤੇ ਹੀ ਕੁੰਡਾ ਮਾਰਦਾ ਹੈ। ਤੇ ਜਿਸ ਵੇਲੇ ਹੁਣ ਕਹਿੰਦੇ ਨੇ ਤਵੀਆਂ ਲੱਗੀਆਂ ਹੋਈਆਂ, ਲੋਹੇ ਦੀਆਂ ਤਵੀਆਂ ਨੂੰ ਚੀਰਦੀ ਹੋਈ ਨਾਗਣੀ ਵਰਸੀ ਹਾਥੀ ਦੇ ਮੱਥੇ ਤੇ ਜਾ ਵੱਜੀ। ਇਹ ਹਾਥੀ ਸ਼ਰਾਬ ਦੇ ਵਿੱਚ ਪਹਿਲਾਂ ਹੀ ਬੜਾ ਪਾਗਲ ਹੋਇਆ ਪਿਆ ਹੈ, ਹੁਣ ਤੇ ਸੱਟ ਵੱਜੀ। ਉਸੇ ਵੇਲੇ ਚੀਕਦਾ ਹੋਇਆ, ਪਾਗਲ ਹੋਇਆ, ਪਿੱਛੇ ਨੂੰ ਮੂੰਹ ਕਰਕੇ ਮੁੜ ਪੈਂਦਾ ਹੈ। ਅੱਗੇ ਵਧਣ ਦੀ ਬਜਾਏ ਪਿੱਛੇ ਨੂੰ ਮੁੜ ਪੈਂਦਾ ਹੈ। ਜਿਹੜੇ ਪਿੱਛੇ ਸੈਨਾ ਆ ਰਹੀ ਹੈ, ਲਤਾੜਦਾ ਹੋਇਆ, ਵੱਢਦਾ ਹੋਇਆ, ਲਤੜਦਾ ਹੋਇਆ ਅੱਗੇ ਲੰਘ ਜਾਂਦਾ ਹੈ। ਬੜਾ ਨੁਕਸਾਨ ਕਰਾ ਲੈਂਦੀ ਹੈ ਪਹਾੜੀ ਸੈਨਾ ਆਪਣਾ। ਸਾਰੇ ਹੈਰਾਨ ਹੁੰਦੇ ਨੇ, ਗੁਰੂ ਇਤਨਾ ਕਰਾਮਾਤੀ ਹੈ। ਫਿਰ ਕੁਝ ਦਿਨ ਲੰਘਦੇ ਨੇ, ਫਿਰ ਝੜਾਂ ਪੈਂਦੀਆਂ ਨੇ। ਆਉਣ ਵਾਲਾ ਸਮਾਂ ਹੈ ਜਿਹੜਾ ਉਹ ਠੰਡ ਦਾ ਚੱਲ ਪੈਂਦਾ ਏ। ਕਿੰਨਾ ਸਮਾਂ ਹੋ ਗਿਆ, 7-8 ਮਹੀਨੇ ਹੋ ਗਏ ਨੇ ਕਿਲੇ ਨੂੰ ਘੇਰਾ ਪਿਆ ਹੋਇਆ ਹੈ। ਹੁਣ ਕੀ ਤਰਤੀਬ ਬਣਾਈ ਜਾਵੇ, ਗੁਰੂ ਇੱਕ ਵਾਰੀ ਬਾਹਰ ਹੋਵੇ। ਵਜ਼ੀਰ ਵਰਗੇ, ਵਜ਼ੀਰ ਖਾਂ ਵਰਗੇ ਕਹਿੰਦੇ ਨੇ ਇਹਦੇ ਦੇ ਵਿੱਚ ਤੇ ਸਾਡੀ ਹੇਠੀ ਏ, ਸਾਡੀ ਬੇਇੱਜ਼ਤੀ ਏ। ਅਸੀਂ ਇੱਕ ਗੁਰੂ ਨੂੰ ਪਕੜ ਨਹੀਂ ਸਕੇ। ਕਿਧਰੇ ਮਰੇਲ ਕੋਟਲੇ ਦੀ ਸੈਨਾ ਹੈ, ਕਿਧਰੇ ਸਰਹੰਦ ਦੀ ਸੈਨਾ ਹੈ, ਕਿਧਰੇ ਹੋਰ ਨੇੜੇ ਤੇੜੇ ਦੀ ਸੈਨਾ ਇਕੱਠੀ ਹੋਈ ਹੈ। 22 ਧਾਰ ਦੇ ਰਾਜੇ ਇਕੱਠੇ ਹੋਏ ਨੇ, 22 ਰਾਜੇ ਇਕੱਠੇ ਹੋਏ ਨੇ। ਬੇਅੰਤ ਸੈਨਾ ਇਕੱਠੀ ਹੋਈ ਪਈ ਹੈ, ਤੇ ਇੱਕ ਗੁਰੂ ਗੋਬਿੰਦ ਸਿੰਘ ਨੂੰ ਜਿੱਤ ਨਹੀਂ ਸਕੇ। ਤੇ ਜੇ ਕਦੇ ਅਸੀਂ ਇਹਨੂੰ ਇੱਦਾਂ ਹੀ ਛੱਡ ਦਿੱਤਾ, ਸਾਡੀ ਬਦਨਾਮੀ ਬੜੀ ਹੋਣੀ ਹੈ ਜਗਤ ਦੇ ਵਿੱਚ। ਅਸੀਂ ਦੁਨੀਆ ਦੇ ਜੇਤੂ, ਪਰ ਇੱਕ ਗੁਰੂ ਨੂੰ ਅਸੀਂ ਜਿੱਤ ਨਹੀਂ ਸਕੇ। ਗੁਰੂ ਦੇ ਕੁਝ ਕੁ ਮੁੱਠੀ ਭਰ ਸਿੰਘਾਂ ਨੂੰ ਅਸੀਂ ਜਿੱਤ ਨਹੀਂ ਸਕੇ। ਕਿਵੇਂ ਨਾ ਕਿਵੇਂ ਗੁਰੂ ਨੂੰ ਕਿਲੇ ਦੇ ਵਿੱਚੋਂ ਬਾਹਰ ਕੱਢਿਆ ਜਾਵੇ, ਕਿਉਂਕਿ ਸੈਨਾ ਵੀ ਕਹਿ ਰਹੀ ਹੈ ਕਿ ਠੰਡ ਦਾ ਮੌਸਮ ਆ ਗਿਆ ਏ। ਬਾਹਰ ਪੈਰਿਆਂ ਤੇ ਖੜਨਾ ਠੰਡ ਦੇ ਵਿੱਚ ਬੜਾ ਮੁਸ਼ਕਲ ਹੈ। ਪਹਾੜੀ ਇਲਾਕਾ ਹੈ, ਨਦੀਆਂ ਵਹਿੰਦੀਆਂ ਨੇ, ਠੰਡੀਆਂ ਹਵਾਵਾਂ, ਸ਼ੀਤ ਹਵਾਵਾਂ ਚਲਦੀਆਂ ਪਹਾੜੀ ਦੇ ਵਿੱਚੋਂ। ਤੇ ਇੱਥੇ ਸਾਡੇ ਦਿਨ ਕੱਟਣੇ ਬੜੇ ਮੁਸ਼ਕਲ ਹੋ ਜਾਣੇ ਨੇ। ਕੋਈ ਨਾ ਕੋਈ ਹੁਣ ਹੱਲ ਕਰਨਾ ਚਾਹੀਦਾ ਏ। ਤੇ ਇਹ ਚਿੱਠੀਆਂ ਔਰੰਗਜ਼ੇਬ ਕੋਲ ਵੀ ਪਹੁੰਚਦੀਆਂ ਨੇ। ਇੱਕ ਤਰਤੀਬ ਬਣਾਈ ਜਾਂਦੀ ਕਿ ਗੁਰੂ ਨੂੰ ਕਿਵੇਂ ਨਾ ਕਿਵੇਂ ਕਰਕੇ ਬਾਹਰ ਕੱਢਿਆ ਜਾਵੇ। ਇਤਿਹਾਸ ਦੇ ਵਿੱਚ ਲਿਖਿਆ ਏ, ਕਹਿੰਦੇ ਨੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਿਲੇ ਤੋਂ ਕੱਢਣ ਦੇ ਲਈ ਫਿਰ ਇਹਨਾਂ ਨੇ ਇੱਕ ਬਿਉਂਤ ਬਣਾਈ ਏ। ਕਹਿੰਦੇ ਨੇ ਕਿ
ਅਸੀਂ ਗੁਰੂ ਇੱਕ ਵਾਰੀ ਕਿਲੇ ਨੂੰ ਛੱਡ ਕੇ ਚਲਾ ਜਾਵੇ, ਅਸੀਂ ਦੁਨੀਆ ਨੂੰ ਕਹਿੰਦੇ ਹੋ ਜਾਵਾਂਗੇ ਅਸੀਂ ਗੁਰੂ ਨੂੰ ਕਿਲੇ ਦੇ ਵਿੱਚੋਂ ਕੱਢ ਲਿਆ ਹੈ। ਸੌਹਾਂ ਖਾਧੀਆਂ ਨੇ, ਕਹਿੰਦੇ ਨੇ ਇੱਕ ਥਾਲ ਦੇ ਵਿੱਚ ਕੁਰਾਨ ਸ਼ਰੀਫ ਰੱਖ ਕੇ ਕਿ ਮੁਸਲਮਾਨਾਂ ਦੇ ਵੱਲੋਂ ਅਸੀਂ ਸਹੁੰ ਖਾਂਦੇ ਹਾਂ। ਆਟੇ ਦੀ ਗਾਂ ਬਣਾ ਕੇ ਪਹਾੜੀ ਰਾਜੇ ਹਿੰਦੂ ਨੇ ਅਸੀਂ ਸੌਹਾਂ ਖਾਂਦੇ ਹਾਂ ਕਿ ਤੁਸੀਂ ਇੱਕ ਵਾਰ ਇੱਥੋਂ ਚਲੇ ਜਾਓ ਤੇ ਅਸੀਂ ਤੁਹਾਡਾ ਪਿੱਛਾ ਨਹੀਂ ਕਰਾਂਗੇ, ਜਿੱਧਰ ਤੁਹਾਡਾ ਮਨ ਕਰੇ ਚਲੇ ਜਾਓ। ਤੇ ਸਿੰਘਾਂ ਨੇ ਕਿਹਾ ਮਹਾਰਾਜ ਸੌਹਾਂ ਖਾਂਦੇ ਨੇ, ਹੁਣ ਸਾਨੂੰ ਕਿਲਾ ਛੱਡ ਦੇਣਾ ਚਾਹੀਦਾ ਹੈ, ਕਿਉਂਕਿ ਕੁਝ ਹੁਣ ਇਸ ਕਿਲੇ ਦੇ ਵਿੱਚ ਅੰਨ ਪਾਣੀ ਵੀ ਨਹੀਂ ਹੈ। ਇੱਕ ਇੱਕ ਮੁੱਠੀ ਛੋਲਿਆਂ ਦੀ ਖਾ ਕੇ ਸਿੰਘ ਜਿਉਂਦੇ ਰਹਿ ਰਹੇ ਨੇ। ਤੇ ਇਸ ਕਿਲੇ ਦੇ ਵਿੱਚ ਹੀ ਭੁੱਖ ਦੇ ਨਾਲ ਕਿੰਨੇ ਹੀ ਘੋੜੇ ਚੜ੍ਹਾਈ ਕਰ ਗਏ। ਕਹਿੰਦੇ ਨੇ ਕਿ ਪ੍ਰਸਾਦੀ ਹਾਥੀ ਹੈ ਜਿਹੜਾ, ਉਹ ਵੀ ਕਿਲੇ ਦੇ ਵਿੱਚ ਭੁੱਖ ਦੇ ਨਾਲ ਦਮ ਤੋੜ ਗਿਆ ਹੈ। ਸਿੰਘ ਵੀ ਕੁਝ ਭੁੱਖੇ ਭਾਣੇ ਨਿਢਾਲ ਹੋ ਕੇ ਕੁਝ ਬਿਮਾਰ ਵੀ ਹੋ ਰਹੇ ਨੇ ਭੁੱਖ ਦੇ ਨਾਲ। ਤੇ ਸਤਿਗੁਰੂ ਨੇ ਕਹਿ ਦਿੱਤਾ ਨਹੀਂ ਭਾਈ, ਇਹਨਾਂ ਦੀ ਚਾਲ ਹੈ, ਆ ਕੁਝ ਕੁ ਵਾਧੂ ਵਸਤੂਆਂ ਨੇ ਨਾ ਜਿਹੜੀਆਂ, ਕਹਿੰਦੇ ਨੇ ਸਤਿਗੁਰੂ ਨੇ ਗੱਡੇ ਭਰੇ, ਉੱਤੇ ਤਰਪਾਲਾਂ ਪਾ ਦਿੱਤੀਆਂ, 5-7 ਗੱਡੇ ਭਰ ਕੇ ਤੋਰ ਦਿੱਤੇ ਨੇ। ਤੇ ਇੱਧਰ ਜਿਹਦੇ ਪਤਾ ਲੱਗਿਆ ਇਹਨਾਂ ਸੈਨਾ ਨੂੰ, ਤੇ ਕਹਿੰਦੇ ਨੇ ਉਹਨਾਂ ਨੇ ਉਸੇ ਵੇਲੇ ਘੇਰਾ ਪਾ ਲਿਆ ਹੈ ਗੱਡਿਆਂ ਨੂੰ, ਤੇ ਗੱਡੇ ਲੁੱਟਣ ਲੱਗ ਪਏ ਨੇ। ਸ਼ਾਇਦ ਗੁਰੂ ਕੇ ਖਜ਼ਾਨੇ ਹੋਵਣਗੇ, ਗੁਰੂ ਕਾ ਧਨ ਹੋਵੇਗਾ। ਤੇ ਗੁਰੂ ਜੀ ਨੇ ਸਾਰੀ ਵਾਰਤਾ ਸਿੰਘਾਂ ਨੂੰ ਸਮਝਾ ਦਿੱਤੀ। ਸਿੰਘੋ ਵੇਖੋ, ਇਹਨਾਂ ਦੀਆਂ ਸੌਹਾਂ ਜਿਹੜੀਆਂ ਝੂਠੀਆਂ ਨੇ, ਤੁਸੀਂ ਇਹਨਾਂ ਦੇ ਪਿੱਛੇ ਨਾ ਲੱਗੋ। ਕੁਝ ਦਿਨ ਫਿਰ ਬਤੀਤ ਹੋਏ, ਪਰ ਕਹਿੰਦੇ ਨੇ ਕਿ ਕੁਝ ਕੁ ਸਿੰਘ ਕਹਿੰਦੇ ਨੇ ਮਹਾਰਾਜ ਫਿਰ ਇੱਦਾਂ ਤੇ ਸਾਡਾ ਰਹਿਣਾ ਬੜਾ ਮੁਸ਼ਕਲ ਹੈ, ਜਾਂ ਤੇ ਜੰਗ ਕਰੋ। ਤੇ ਸਤਿਗੁਰੂ ਕਹਿੰਦੇ ਨੇ ਅਸੀਂ ਨਹੀਂ ਚਾਹੁੰਦੇ ਵੀ ਜੰਗ ਕਰੀਏ, ਆਪਣੇ ਕੁਝ ਸਿੰਘ ਨੇ ਇਹਨਾਂ ਦਾ ਵੀ ਨੁਕਸਾਨ ਕਰਾ ਲਈਏ। ਤੇ ਜਿਹੜੀ ਇਹ ਸੈਨਾ ਖੜੀ ਹੈ, ਕੁਝ ਦਿਨ ਸਬਰ ਕਰ ਲਓ, ਇਹ ਆਪਣੇ ਆਪ ਹੀ ਮੁੜ ਜਾਵੇਗੀ। ਫਿਰ ਇਤਿਹਾਸ ਦੇ ਵਿੱਚ ਲਿਖਿਆ ਹੈ, ਸਤਿਗੁਰੂ ਨੂੰ ਕੁਝ ਸਿੰਘ ਕਹਿੰਦੇ ਨੇ ਇੱਦਾਂ ਤਾਂ ਭੁੱਖੇ ਭਾਣੇ ਮਰਨਾ ਬੜਾ ਔਖਾ ਹੈ, ਜਾਂ ਤੇ ਲੜੀਏ ਲੜ ਮਰੀਏ, ਤੇ ਇੱਦਾਂ ਭੁੱਖਿਆਂ ਤੇ ਫਿਰ ਦਿਨ ਕੱਟਣੇ ਬੜੇ ਔਖੇ ਨੇ, ਤੇ ਅਸੀਂ ਫਿਰ ਚੱਲੇ ਹਾਂ। ਤੇ ਸਤਿਗੁਰੂ ਨੇ ਕਹਿ ਦਿੱਤਾ ਸੀ ਫਿਰ ਜਾਣਾ ਏ, ਤੇ ਫਿਰ ਭਾਈ ਵਿਦਾਵਾ ਲਿਖ ਕੇ ਜਾਇਓ। 200 ਸਿੰਘ ਤਿਆਰ ਹੋਇਆ ਸੀ ਜਾਣ ਦੇ ਲਈ, ਅਸੀਂ ਚਲੇ ਜਾਵਾਂਗੇ। ਪਰ ਜਦੋਂ ਗੁਰੂ ਨੇ ਕਹਿ ਦਿੱਤਾ ਵਿਦਾਵਾ ਲਿਖ ਜਾਇਓ, ਤੁਸੀਂ ਇਹ ਲਿਖ ਦਿਓ ਅਸੀਂ ਗੁਰੂ ਦੇ ਸਿੱਖ ਨਹੀਂ, ਤੇ ਗੁਰੂ ਸਾਡਾ ਗੁਰੂ ਨਹੀਂ ਹੈ। ਜਿਹਦੇ ਵਿੱਚ ਕਹਿੰਦੇ ਨੇ 40 ਸਿੰਘਾਂ ਨੇ ਵਿਦਾਵਾ ਲਿਖਿਆ ਹੈ, ਭਾਈ ਮਹਾਂ ਸਿੰਘ ਇਹਨਾਂ ਦਾ ਮੁਖੀ ਹੈ। ਤੇ ਬਾਕੀ ਸਿੰਘਾਂ ਨੇ ਕਹਿ ਦਿੱਤਾ ਨਹੀਂ, ਗੁਰੂ ਤੋਂ ਅਸੀਂ ਬੇਮੁਖ ਨਹੀਂ ਹੋ ਸਕਦੇ। ਭਾਈ ਮਹਾਂ ਸਿੰਘ ਕਹਿੰਦਾ ਕੇਰਾਂ ਇੱਥੋਂ ਚਲੋ ਫਿਰ ਗੁਰੂ ਨਾਲ ਰਲ ਜਾਵਾਂਗੇ। ਪਰ ਜਿਸ ਵੇਲੇ ਹੁਣ ਭਾਈ ਮਹਾਂ ਸਿੰਘ 40 ਸਿੰਘਾਂ ਦੇ ਨਾਲ ਇੱਥੋਂ ਘਰਾਂ ਨੂੰ ਚਲਾ ਗਿਆ ਸੀ, ਤੇ ਘਰੇ ਗਿਆ ਸੀ, ਤੇ ਘਰੋਂ ਅੱਗੋਂ ਮਾਈ ਭਾਗੋ ਵਰਗੀਆਂ ਨੇ ਲਾਹਣਤਾਂ ਪਾਈਆਂ ਸੀ। ਦੁੱਖਾਂ ਦੀ ਘੜੀ ਵਿੱਚ ਗੁਰੂ ਨੂੰ ਛੱਡ ਕੇ ਆ ਗਏ। ਆ ਚੂੜੀਆਂ ਪਹਿਨ ਲਓ, ਅਸੀਂ ਚੱਲੀਆਂ ਜੰਗ ਦੇ ਵਿੱਚ, ਤੁਸੀਂ ਸਾਂਭੋ ਪਰਿਵਾਰ ਬੱਚੇ, ਘਰ ਦਾ ਗੋਹਾ ਕੂੜਾ ਕਰੋ, ਰੋਟੀਆਂ ਲਾਓ ਖਾਓ, ਆ ਤਲਵਾਰਾਂ ਦਿਓ ਸਾਨੂੰ। ਤੇ ਬੀਬੀ ਭਾਗੋ ਜੀ ਤਲਵਾਰ ਚੁੱਕ ਕੇ ਉਸ ਵੇਲੇ ਘਰੋਂ ਤੁਰ ਪਏ ਸਨ ਗੁਰੂ ਜੀ ਦੇ ਲਈ, ਆਪਣਾ ਤਨ ਮਨ ਧਨ ਵਾਰਨ ਦੇ ਲਈ। ਤੇ ਇੱਧਰ ਜਦੋਂ ਵੇਖਿਆ ਵੀ ਸਿੰਘ ਕੁਝ ਨਾਰਾਜ਼ ਜਾ ਰਹੇ ਨੇ, ਤੇ ਕੁਝ ਕੁ ਸਿੰਘਾਂ ਨੇ ਕਹਿੰਦੇ ਨੇ ਮਾਤਾ ਗੁਜਰ ਕੌਰ ਜੀ ਨੂੰ ਵੀ ਜਾ ਕੇ ਬੇਨਤੀਆਂ ਕੀਤੀਆਂ ਕਿ ਇੱਦਾਂ ਤੇ ਇਹਨਾਂ ਨੂੰ ਕਿੰਨੇ ਮਹੀਨੇ ਹੋ ਗਏ ਘੇਰਾ ਨਹੀਂ ਚੁੱਕਿਆ, ਤੇ ਤੁਸੀਂ ਕਹੋ ਸ਼ਾਇਦ ਤੁਹਾਡੀ ਗੱਲ ਮੰਨ ਲੈਣ ਸਤਿਗੁਰੂ ਜੀ। ਮਾਤਾ ਗੁਜਰ ਕੌਰ ਜੀ ਨੇ ਵੀ ਕਿਹਾ ਹੈ।
ਤੇ ਸਤਿਗੁਰੂ ਨੇ ਕੁਝ ਦਿਨਾਂ ਦਾ ਕਿਹਾ ਏ। ਪੋਹ ਦਾ ਮਹੀਨਾ ਆ ਗਿਆ, ਸਤਿਗੁਰੂ ਜਾਨੀ ਜਾਣ ਨੇ। ਪੋਹ ਦੇ ਮਹੀਨੇ ਵਿੱਚ ਬੜੀ ਠੰਡ ਹੈ ਤੇ ਇਸ ਮਹੀਨੇ ਇਸ ਸੈਨਾ ਨੂੰ ਜਾਣਾ ਹੀ ਪੈਣਾ ਹੈ। ਤੇ ਇਹਨਾਂ ਹੀ ਦਿਨਾਂ ਦੇ ਵਿੱਚ ਦੁਬਾਰਾ ਫੇਰ ਕੋਸ਼ਿਸ਼ਾਂ ਕੀਤੀਆਂ ਗਈਆਂ। ਸਾਡੀ ਪਹਿਲੀ ਗਲਤੀ ਮਾਫ ਕਰਿਓ, ਅਸੀਂ ਹੁਣ ਤੁਹਾਨੂੰ ਕੁਛ ਨਹੀਂ ਕਵਾਂਗੇ। ਤੇ ਹੁਣ ਤੇ ਕਹਿੰਦੇ ਨੇ ਔਰੰਗਜ਼ੇਬ ਨੇ ਵੀ ਇੱਕ ਪੱਤਰਕਾ ਲਿਖ ਕੇ ਭੇਜੀ ਏ, ਇੱਕ ਚਿੱਠੀ ਲਿਖ ਕੇ ਭੇਜੀ ਏ। ਜੋ ਇਤਿਹਾਸ ਵਿੱਚ ਲਿਖਿਆ ਹੈ, ਕਹਿੰਦੇ ਨੇ ਜਿਹੜੀ ਕੁਰਾਨ ਰੱਖੀ ਸੀ ਨਾ, ਸਹੁੰ ਖਾਧੀ ਸੀ ਇਸ ਕੁਰਾਨ ਦੀ, ਉਹਦੇ ਉੱਤੇ ਚੇਪ ਕੇ ਚਿੱਠੀ ਲਿਖ ਕੇ ਭੇਜੀ ਗਈ। ਇੱਕ ਨਜੂਮੀਆ ਆਇਆ ਏ, ਇੱਕ ਪੱਤਰਕਾ ਲੈ ਕੇ ਆਇਆ ਏ ਔਰੰਗਜ਼ੇਬ ਦੇ ਵੱਲੋਂ। ਤੇ ਉਹ ਆ ਕੇ ਕਹਿਣੇ ਲਗਾ ਹਜੂਰ ਕਾ ਰੁਤਬਾ ਬੁਲੰਦ ਹੋ। ਜਦੋਂ ਸਤਿਗੁਰੂ ਜੀ ਦੇ ਕੋਲ ਆਇਆ ਤੇ ਸਿੰਘਾਂ ਨੇ ਕਿਹਾ, ਮਹਾਰਾਜ ਇੱਕ ਬੰਦਾ ਆਇਆ ਏ, ਉਹਨਾਂ ਦਾ ਸਿਪਾਹੀ। ਸਤਿਗੁਰੂ ਕਹਿੰਦੇ ਸਾਡੇ ਕੋਲੇ ਲੈ ਆਓ। ਪਹੁੰਚਿਆ ਸੀ ਸਾਹਮਣੇ ਤੇ ਗੁਰੂ ਜੀ ਨੂੰ ਕਹਿਣ ਲੱਗਿਆ ਸੀ, ਕਹਿਣੇ ਲਗਾ ਹਜੂਰ ਕਾ ਰੁਤਬਾ ਬੁਲੰਦ ਹੋ, ਨਾਨਕ ਕੀ ਸ਼ਾਨ 10वें गुरु में 2 चंद हो। हादी हो एक जमाने के तुम दर्दमंद हो, किए मुआफ बात अगर ना पसंद हो। भेजा है मुझको नाज़म सरहंद ने यहाँ, फुरमान शाहे दिल्ली के पाबंद ने जहाँ। मैनू दिल्ली दा जेड़ा खास बंदा है, वजीर खां सरहंद दा नवाब, उन्हें भेजा है। उसने कहा मैं कि हमको नहीं बैर आपसे, रखते नहीं हैं कद हरमो दैर आपसे। पाते हैं सब बसर सबक खैर आपसे, आपने वावजह तमा हुए गैर आपसे। दीनों धर्म को छोड़ के आधे हुए हैं कुछ, नाजल पहाड़ पर से दरिंदे हुए हैं कुछ। ਤੁਹਾਡੇ ਨਾਲ ਸਾਡਾ ਕੋਈ ਵੈਰ ਨਹੀਂ ਹੈ, ਕੋਈ ਵਿਰੋਧ ਨਹੀਂ ਹੈ, ਤੁਸੀਂ ਚੰਗੇ ਕੰਮ ਕਰਦੇ ਹੋ, ਇਹ ਮੈਨੂੰ ਦੱਸ ਕੇ ਭੇਜਿਆ ਹੈ। ਛੱਡੋ ਆਨੰਦਪੁਰ ਇਹ ਸਾਹੀ ਸਥਾਨ ਹੈ, ਇੱਥੇ ਖਤਰੇ ਦੇ ਵਿੱਚ ਤੁਹਾਡੀ ਇਸ ਥਾਂ ਤੇ ਜਾਨ ਹੈ। ਕੁਝ ਪਹਾੜੀ ਰਾਜੇ ਨੇ ਜਿਹੜੇ, ਉਹ ਤੁਹਾਡੇ ਤੇ ਬੜੇ ਆਕੜੇ ਹੋਏ, ਤੁਹਾਡੇ ਨਾਲ ਬੜੇ ਗੁੱਸੇ ਨੇ। ਪਹਾੜੀ ਰਾਜਿਆਂ ਦੇ ਕਰਕੇ ਹੀ ਔਰੰਗਜ਼ੇਬ ਨੇ ਸੈਨਾ ਭੇਜੀ, ਪਰ ਸਾਡੇ ਨਾਲ ਤੁਹਾਡਾ ਕੋਈ ਬੈਰ ਨਹੀਂ ਹੈ ਤੇ ਤੁਸੀਂ ਇੱਕ ਵਾਰੀ ਆਨੰਦਪੁਰ ਛੱਡ ਦੇਵੋ, ਕਿਉਂਕਿ ਦਿੱਲੀ ਦੇ ਤਖਤ ਦਾ ਜਿਹੜਾ ਬਾਦਸ਼ਾਹ ਹੈ ਔਰੰਗਜ਼ੇਬ, ਉਹਦੀ ਸ਼ਾਨ ਘਟਦੀ ਹੈ। ਇੰਨੇ ਮਹੀਨੇ ਅਸੀਂ ਇੱਥੇ ਰਹਿ ਕੇ ਕਿਲੇ ਨੂੰ ਘੇਰਾਬੰਦੀ ਕੀਤੀ ਹੈ, ਜੇ ਤੁਸੀਂ ਨਾ ਛੱਡਿਆ ਇਹ ਕਿਲਾ ਤੇ ਫਿਰ ਸਾਡੀ ਇਸ ਜ਼ਮਾਨੇ ਵਿੱਚ ਕਿਸੇ ਨੇ ਗੱਲ ਨਹੀਂ ਜੇ ਬਣਨੀ। ਤੁਸੀਂ ਇੱਕ ਵਾਰੀ ਇਹ ਕਿਲੇ ਨੂੰ ਛੱਡ ਕੇ ਚਲੇ ਜਾਓ। ਸੌਹਾਂ ਖਾਧੀਆਂ, ਕੁਰਾਨ, ਇਹ ਚਿੱਠੀ ਵੀ ਆਈ ਹੈ ਔਰੰਗਜ਼ੇਬ ਦੀ ਵੀ ਤੁਸੀਂ ਇੱਕ ਵਾਰ ਇਹ ਕਿਲਾ ਛੱਡੋ ਤੇ ਕਿਲਾ ਛੱਡ ਕੇ ਚਲੇ ਜਾਓ ਤੇ ਅਸੀਂ ਤੁਹਾਨੂੰ ਕੁਛ ਨਹੀਂ ਜੇ ਕਵਾਂਗੇ। ਤੁਹਾਡਾ ਜਿੱਧਰ ਮਨ ਕਰਦਾ ਹੈ ਉਧਰ ਨੂੰ ਚਲੇ ਜਾਓ। ਤੇ ਸਿੰਘਾਂ ਨੇ ਫਿਰ ਬੇਨਤੀਆਂ ਕੀਤੀਆਂ, ਮਹਾਰਾਜ ਇਹ ਕਹਿ ਰਹੇ ਨੇ, ਹੁਣ ਬੇਨਤੀਆਂ ਕਰ ਰਹੇ ਨੇ, ਇਹਨਾਂ ਨੂੰ ਪਹਿਲੇ ਭੁੱਲ ਦਾ ਸਬਕ ਆ ਗਿਆ ਹੋਵੇਗਾ। ਆਪਾਂ ਚਲਦੇ ਆ, ਫਿਰ ਕਿਤੇ ਆਨੰਦਪੁਰੀ ਵਿੱਚ ਆ ਜਾਵਾਂਗੇ। ਅੱਜ ਜਦੋਂ ਸਿੰਘਾਂ ਨੇ ਫਿਰ ਬੇਨਤੀਆਂ ਕੀਤੀਆਂ, ਮਾਤਾ ਗੁਜਰ ਕੌਰ ਨੇ ਵੀ ਕਿਹਾ ਏ, ਤੇ ਫਿਰ ਸਤਿਗੁਰੂ ਜੀ ਤਿਆਰ ਹੋ ਗਏ। ਠੀਕ ਹੈ ਭਾਈ, ਜੈਸਾ ਤੁਹਾਡਾ ਮਨ ਕਰਦਾ ਏ। 6 ਪੋਹ ਵਾਲੇ ਦਿਨ ਚਿੱਠੀ ਪਹੁੰਚੀ ਏ, ਇਹ ਨਜੂਮੀਆਂ ਪਹੁੰਚਿਆ ਏ ਤੇ ਇਹਨੇ ਆ ਕੇ ਜੋ ਸਾਰਾ ਹਾਲ ਬੇਨਤੀ ਸੁਣਾਈ ਏ ਆਪਣੇ ਬਾਦਸ਼ਾਹ ਦੇ ਵੱਲੋਂ, ਇਹਦੀ ਚਿੱਠੀ ਦੇ ਉੱਤੇ ਗੌਰ ਕੀਤਾ, ਵਿਚਾਰ ਕੀਤੀ। ਕੁਝ ਸਿੰਘਾਂ ਨੂੰ ਲੈ ਕੇ ਸਤਿਗੁਰੂ ਜੀ ਨੇ, ਜਿਹੜੇ ਪ੍ਰਮੁੱਖ ਸਿੰਘ ਸਨ, ਪੰਜੇ ਪਿਆਰੇ ਤੇ ਹੋਰ ਜਿਹੜੇ ਚੰਗੇ ਸਿੱਖ ਸਨ, ਉਹਨਾਂ ਨੂੰ ਕੋਲ ਬਿਠਾ ਕੇ ਤੇ ਵਿਚਾਰ ਕੀਤੀ ਗਈ। ਤੇ ਸਾਰਿਆਂ ਨੇ ਕਿਹਾ, ਮਹਾਰਾਜ ਹੁਣ ਆਪਾਂ ਕਿਲਾ ਛੱਡ ਦਿੰਨੇ ਆ।
ਜਦੋਂ ਬਾਦਸ਼ਾਹ ਕਹਿ ਰਿਹਾ ਏ, ਇਤਨੀਆਂ ਸੌਹਾਂ ਖਾ ਰਿਹਾ ਏ, ਫਿਰ ਸਤਿਗੁਰੂ ਜੀ ਨੇ ਸਮੇਂ ਨੂੰ ਵਿਚਾਰ ਕਰਕੇ ਕਿਹਾ, ਠੀਕ ਹੈ ਭਾਈ, ਜਿਵੇਂ ਤੁਹਾਡੀ ਸਿੰਘਾਂ ਦੀ ਰਹਿ, ਜਿਵੇਂ ਪੰਥ ਦੀ ਰਹਿ ਹੈ। ਫਿਰ ਸਤਿਗੁਰੂ ਜੀ ਨੇ 6 ਪੋਹ ਦੀ ਅੱਧੀ ਰਾਤ ਲੰਘ ਚੁੱਕੀ ਹੈ, ਕਿਉਂਕਿ ਉਸ ਵੇਲੇ ਸਤਿਗੁਰੂ ਜਾਣਦੇ ਨੇ, ਇਹਨਾਂ ਦੇ ਮਨਾਂ ਦੀਆਂ ਗੱਲਾਂ ਤੇ ਜਾਣਦੇ ਨੇ ਵੀ ਇਹ ਉੱਤੋਂ ਉੱਤੋਂ ਸੌਹਾਂ ਖਾਂਦੇ ਨੇ, ਪਰ ਇਹਨਾਂ ਦੇ ਮਨ ਦੇ ਵਿੱਚ ਬੜਾ ਵਿਕਾਰ ਹੈ। ਸੋ ਸਤਿਗੁਰੂ ਜੀ ਨੇ ਅੱਧੀ ਰਾਤ ਦਾ ਸਮਾਂ ਇਸ ਕਰਕੇ ਚੁਣਿਆ ਹੈ ਕਿ ਬਹੁਤੇ ਉਹਨਾਂ ਦੇ ਸਿਪਾਹੀ ਸੁੱਤੇ ਪਏ ਹੋਣੇ ਨੇ। ਜੰਗਲ ਦਾ ਇਲਾਕਾ ਹੈ, ਰਾਤ ਦਾ ਸਮਾਂ ਹੈ, ਜੇ ਕੁਝ ਕੁ ਜਾਗਦੇ ਵੀ ਹੋਣਗੇ, ਪਿੱਛਾ ਕਰਨਗੇ ਵੀ, ਤਾਂ ਵੀ ਅਸੀਂ ਰਾਤੇ ਰਾਤ ਕਿਤੇ ਦੀ ਕਿਤੇ ਜਾ ਵੜਾਂਗੇ। ਜਿਹੜਾ ਸਾਰਾ ਸਮਾਨ ਹੈ, ਸਾਰਾ ਪਰਿਵਾਰ ਹੈ, ਉਹ ਸਹੀ ਤਰੀਕੇ ਦੇ ਨਾਲ ਲੰਘ ਜਾਵੇਗਾ ਅੱਗੇ। ਅੱਧੀ ਰਾਤ ਦੇ ਸਮੇਂ ਸਤਿਗੁਰੂ ਜੀ ਨੇ 7 ਪੋਹ ਦੀ ਸਵੇਰ ਹੋ ਰਹੀ ਹੈ, ਪਹਿਰ ਰਾਤ ਰਹਿੰਦੇ ਆ ਸਤਿਗੁਰੂ ਜੀ ਕਿਲ੍ਹਾ ਛੱਡ ਕੇ ਸਿੰਘਾਂ ਦੇ ਨਾਲ ਅੱਗੇ ਤੁਰਦੇ ਨੇ। ਕੁਝ ਸਿੰਘਾਂ ਦੀਆਂ ਟੋਲੀਆਂ ਬਣਾ ਦਿੱਤੀਆਂ ਨੇ, ਅੱਗੇ ਪਿੱਛੇ ਵਾਸਤੇ ਕਰ ਦਿੱਤੇ ਨੇ, ਭਾਈ ਤੁਸੀਂ ਸਾਰੀ ਨਿਗਾਹ ਥਾਨੀ ਵੇਖੋ ਰਾਹ ਕਿਵੇਂ ਹੈ ਅੱਗੇ। ਹੌਲੀ ਹੌਲੀ ਚਲਦਿਆਂ ਹੋਇਆਂ ਸਤਿਗੁਰੂ ਜੀ ਸਰਸਾ ਨਦੀ ਦੇ ਕਿਨਾਰੇ ਤੇ ਪਹੁੰਚੇ ਨੇ। ਜਿਸ ਵੇਲੇ ਕਹਿੰਦੇ ਨੇ ਕੁਝ ਪਹਿਰ ਕ ਸਮਾਂ ਹੋਇਆ ਏ, ਤੇ ਉਸ ਵੇਲੇ ਨਿਤਨੇਮ ਦਾ ਸਮਾਂ ਹੋ ਚੱਲਿਆ ਹੈ। ਤੇ ਸਤਿਗੁਰੂ ਜੀ ਨੇ ਉਸ ਵੇਲੇ ਭਾਈ ਦਇਆ ਸਿੰਘ ਨੂੰ ਕਿਹਾ ਕਿ ਭਾਈ ਦਇਆ ਸਿੰਘ, ਸਿਮਰਨ ਦਾ ਸਮਾਂ ਹੋ ਚੱਲਿਆ, ਬਾਣੀ ਦਾ ਸਮਾਂ ਹੋ ਚੱਲਿਆ। ਭਾਵੇਂ ਅਸੀਂ ਜੰਗ ਯੁੱਧ ਦੇ ਮੈਦਾਨ ਵਿੱਚ ਫਿਰ ਰਹੇ ਹਾਂ, ਭਾਵੇਂ ਔਖਾ ਵੇਲਾ ਏ, ਔਖੀ ਘੜੀ ਦਾ ਸਮਾਂ ਏ, ਪਰ ਉਸ ਮਾਲਕ ਦੇ ਸਿਮਰਨ ਤੋਂ ਬਿਨਾਂ ਜਿਉਣਾ ਵੀ ਕੀ ਏ, ਉਹਦੀ ਯਾਦ ਤੋਂ ਬਿਨਾਂ ਵੀ ਕੀ ਜਿਉਣਾ ਏ। ਤੇ ਉਸ ਵੇਲੇ ਫਿਰ ਜਪਜੀ ਜਾਪ ਦਾ ਪਾਠ ਹੋਇਆ, ਆਸਾ ਜੀ ਦੀ ਵਾਰ ਦਾ ਪਾਠ ਹੋਇਆ ਏ। ਇੱਧਰ ਸੈਨਾ ਨੂੰ ਵੀ ਪਤਾ ਲੱਗਿਆ ਏ ਕਿ ਸਤਿਗੁਰੂ ਜੀ ਕਿਲ੍ਹਾ ਛੱਡ ਕੇ ਚਲੇ ਗਏ ਨੇ, ਤੇ ਪਿੱਛੇ ਹੀ ਉਸ ਵੇਲੇ ਉਹਨਾਂ ਨੇ ਕਹਿੰਦੇ ਨੇ ਕਿ ਚੜ੍ਹਾਈ ਕਰ ਦਿੱਤੀ ਹੈ। ਤਾरों की साओं किला में सतगुरु रवा हुए, कस के कमर सवार थे सारे जवा हुए, आगे लिए निशां कई शेर जया हुए, कुछ पिए जा निसार गुर दमया हुए, दरमिया हुए, चारों पिसर हजूर के हम रहा सवार थे, जोरावर और फतेह अजीत और जुझार थे। ਤਾਰਿਆਂ ਦੀ ਛਾਂ ਸੀ, ਭਾਵ ਅੱਧੀ ਰਾਤ ਦਾ ਵੇਲਾ ਏ। ਸਤਿਗੁਰੂ ਜੀ ਕਿਲੇ ਦੇ ਵਿੱਚੋਂ ਗਏ ਨੇ, ਤੇ ਅੱਗੇ ਆਸਾ ਜੀ ਦੀ ਵਾਰ ਦਾ ਕੀਰਤਨ ਹੋ ਰਿਹਾ। ਇੱਧਰ ਪਤਾ ਲੱਗ ਗਿਆ ਸੈਨਾ ਨੂੰ ਗੁਰੂ ਜੀ ਨੇ ਕਿਲਾ ਛੱਡ ਦਿੱਤਾ ਹੈ, ਤੇ ਕਹਿੰਦੇ ਉਸੇ ਵੇਲੇ ਸਾਰੀ ਸੈਨਾ ਗੁਰੂ ਜੀ ਦੇ ਪਿੱਛੇ ਚੜ੍ਹਾਈ ਕਰਕੇ ਤੁਰ ਪਈ ਹੈ। ਤੇ ਅੱਜ ਦੀ ਜੋ ਸਵੇਰ ਹੈ 7 ਪੋਹ ਦੀ, ਧੰਨ ਕਲਗੀਧਰ ਦਸ਼ਮੇਸ਼ ਪਾਤਸ਼ਾਹ ਜੀ ਤੇ ਇਹਨਾਂ ਦਾ ਸਰਸਾ ਨਦੀ ਦੇ ਕਿਨਾਰੇ ਤੇ ਆ ਕੇ ਵਿਛੋੜਾ ਪੈ ਗਿਆ ਸਾਰੇ ਪਰਿਵਾਰ ਦਾ। ਇਤਿਹਾਸ ਵਿੱਚ ਕਹਿੰਦੇ ਨੇ ਕਿ ਉਸ ਵੇਲੇ ਉਸ ਰਾਤ ਮੀਂਹ ਵੀ ਪਿਆ ਹੈ ਪਹਾੜੀ ਦੇ ਵਿੱਚ। ਮੀਂਹ ਪੈਣ ਕਰਕੇ ਇਹ ਜਿਹੜਾ ਨਦੀ ਹੈ ਇਹ ਬਰਸਾਤੀ ਨਦੀ ਹੈ, ਬਰਸਾਤ ਆਉਣ ਤੇ ਵੱਧ ਜਾਂਦੀ ਹੈ। ਜਦੋਂ ਬਰਸਾਤ ਆਈ ਨੱਕੋ ਨੱਕ ਭਰ ਗਈ, ਇਹਦੇ ਵਿੱਚ ਹੜ੍ਹ ਆਇਆ ਹੋਇਆ ਹੈ। ਇੱਕ ਪਾਸੇ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦੇ ਤਿੰਨੋਂ ਜਾਣੇ ਕਿਨਾਰੇ ਕਿਨਾਰੇ ਤੇ ਅੱਗੇ ਨੂੰ ਚੱਲ ਪਏ ਨੇ। ਇੱਕ ਪਾਸੇ ਮਾਤਾ ਸਾਹਿਬ ਕੌਰ, ਮਾਤਾ ਸੁੰਦਰ ਕੌਰ, ਭਾਈ ਮਣੀ ਸਿੰਘ ਤੇ ਕੁਝ ਨਾਲ ਸਿੰਘ ਨੇ, ਤੇ ਉਹ ਦਿੱਲੀ ਵੱਲ ਨੂੰ ਰਾਸਤੇ ਪੈ ਗਏ ਨੇ। ਕਲਗੀਧਰ ਦਸ਼ਮੇਸ਼ ਪਾਤਸ਼ਾਹ ਜੀ, ਭਾਈ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਤੇ ਕੁਝ ਸਿੰਘ ਨੇ ਜਿਹੜੇ ਨਦੀ ਨੂੰ ਪਾਰ ਕਰ ਗਏ ਨੇ।
ਤੇ ਇਸ ਨਦੀ ਦੇ ਵਿੱਚ ਅੱਜ ਦੇ ਦਿਨ ਤੇ ਬੜਾ ਨੁਕਸਾਨ ਹੋਇਆ ਏ, ਸਾਰਾ ਪਰਿਵਾਰ ਵਿਛੜਿਆ ਏ। ਤੇ ਗੁਰੂ ਜੀ ਕੋਲ ਜਿੰਨਾ ਖਜ਼ਾਨਾ ਵਿਦਿਆ ਦਾ ਸੀ, 52 ਕਵੀਆਂ ਨੇ ਜੋ ਬੜੇ ਸਮੇਂ ਤੋਂ ਲੈ ਕੇ 20 ਸਾਲਾਂ ਦੇ ਵਿੱਚ ਲਿਖਿਆ ਸੀ, ਵਿਦਿਆ ਸਾਗਰ ਗ੍ਰੰਥ ਸੀ ਜਿਹੜੇ, ਉਹ ਵੀ ਇਸ ਨਦੀ ਦੀ ਭੇਟਾ ਹੋ ਗਏ। ਬਹੁਤਾ ਮਾਲ ਧਨ ਪਦਾਰਥ ਉਹ ਵੀ ਇਸ ਨਦੀ ਦੀ ਭੇਟਾ ਹੋ ਗਏ। ਤੇ ਕਿੰਨੇ ਹੀ ਸਿੰਘ ਸਨ ਜਿਹੜੇ ਇਸ ਨਦੀ ਦੀ ਭੇਟਾ ਹੋ ਗਏ। ਜਾਨੀ ਮਾਲੀ ਨੁਕਸਾਨ ਹੋਇਆ ਇੱਥੇ ਵੱਡਾ। ਤੇ ਇੱਥੇ ਹੀ ਸਰਸਾ ਨਦੀ ਦੇ ਕਿਨਾਰੇ ਤੇ ਹੀ ਬਾਬਾ ਜੀਵਨ ਸਿੰਘ ਜੀ, ਭਾਈ ਜੈਤਾ ਜੀ, ਜਿਨ੍ਹਾਂ ਨੂੰ 100 ਸਾਥੀਆਂ ਨੂੰ ਨਾਲ ਲੈ ਕੇ ਪਿੱਛੇ ਘਾਟੀ ਢਾਬ ਹੈ ਜਿਹੜੀ, ਜਿੱਥੇ ਜੰਗ ਹੋਇਆ ਸੈਨਾ ਦੇ ਨਾਲ, ਪਿੱਛੇ ਸਤਿਗੁਰੂ ਜੀ ਦੀ ਰੱਖਿਆ ਕਰਨ ਦੇ ਵਾਸਤੇ 100 ਸਿੰਘਾਂ ਨੂੰ ਨਾਲ ਲੈ ਕੇ ਗਏ ਸਨ। ਤੇ ਇੱਥੇ ਹੀ ਬਾਬਾ ਜੀਵਨ ਸਿੰਘ ਜੀ ਨੇ ਆਪਣਾ ਆਖਰੀ ਸਮਾਂ ਗੁਰੂ ਦੇ ਚਰਨਾਂ ਦੇ ਵਿੱਚ ਗੁਰੂ ਦੀ ਰੱਖਿਆ ਕਰਦਿਆਂ ਆਪਣਾ ਜੀਵਨ ਨਿਛਾਵਰ ਕਰ ਦਿੱਤਾ ਹੈ। ਇੱਥੋਂ ਚਲਦਿਆਂ ਹੋਇਆਂ ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਹੌਲੀ ਹੌਲੀ ਦਰਿਆ ਤੋਂ ਅੱਗੇ ਪਹੁੰਚੇ ਨੇ। ਤੇ ਅੱਗੇ ਕਹਿੰਦੇ ਦਰਿਆ ਏ ਜਿਹਦੇ ਵਿੱਚ ਇੱਕ ਕੁੰਮਾ ਮਸਕੀ ਨਾਮ ਦਾ ਬੰਦਾ ਏ, ਜਿਹੜਾ ਦਰਿਆ ਦੇ ਵਿੱਚ ਵੇੜਾ ਪਾਇਆ ਹੋਇਆ, ਕਿਸ਼ਤੀ ਪਾਈ ਹੋਈ ਹੈ, ਮਲਾਹ ਹੈ। ਇੱਧਰੋਂ ਸਵਾਰੀਆਂ ਚੜਾਉਂਦਾ, ਦੂਜੇ ਪਾਸੇ ਕਿਰਾਇਆ ਲੈ ਲੈਂਦਾ ਏ। ਉਧਰੋਂ ਸਵਾਰੀਆਂ ਚੜਾਉਂਦਾ, ਰਾਹਗੀਰਾਂ ਨੂੰ ਚੜਾਉਂਦਾ ਦੂਜੇ ਪਾਸੇ। ਆ ਜਦੋਂ ਸਤਿਗੁਰੂ ਗੁਰੂ ਪਾਤਸ਼ਾਹ ਜੀ ਦੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਜੀ ਸਵਾਰ ਹੋਏ ਨੇ ਦੂਸਰੇ ਪਾਸੇ ਲੰਘਣ ਦੇ ਵਾਸਤੇ, ਗੱਲਾਂ ਸੁਣੀਆਂ, ਇਹਨੂੰ ਪਤਾ ਲੱਗ ਗਿਆ ਕਿ ਇਹ ਗੁਰੂ ਮਾਤਾ ਏ। ਪੁੱਛਣਾ ਕੀਤਾ ਏ, ਤੁਸੀਂ ਗੁਰੂ ਮਾਤਾ ਹੋ? ਤੁਸੀਂ ਆਨੰਦਪੁਰ ਦੇ ਵਾਸੀ ਹੋ? ਹਾਂ ਭਾਈ, ਆਨੰਦਪੁਰ ਦੇ ਵਾਸੀ ਆ। ਪੁੱਛਣਾ ਕੀਤਾ ਏ, ਇਹ ਗੁਰੂ ਜੀ ਦੇ ਬੱਚੇ ਨੇ, ਛੋਟੇ ਸਾਹਿਬਜ਼ਾਦੇ ਨੇ। ਅੱਜ ਹਾਲ ਵੇਖ ਕੇ ਕੁੰਮਾ ਮਸਕੀ ਵੀ ਮਨ ਹੀ ਮਨ ਬੜੇ ਬੈਰਾਗ ਦੇ ਵਿੱਚ ਹੰਝੂ ਬਹਾਉਂਦਾ ਏ। ਕਹਿੰਦੇ ਨੇ ਇੱਕ ਰਾਤ ਇਹਨੇ ਆਪਣੀ ਕੁੱਲੀ ਦੇ ਵਿੱਚ ਮਾਤਾ ਜੀ ਤੇ ਬੱਚਿਆਂ ਨੂੰ ਰੱਖਣਾ ਕੀਤਾ ਏ। ਇੱਧਰ ਮੇਰੇ ਸਤਿਗੁਰੂ ਜੀ ਚਲਦਿਆਂ ਹੋਇਆਂ ਦੁਪਹਿਰ ਦਾ ਸਮਾਂ ਤਕਰੀਬਨ ਤੱਕ ਕੋਟਲੇ ਪਹੁੰਚੇ ਨੇ। ਨਿਹੰਗ ਖਾਂ ਜਿਹੜਾ ਚੌਧਰੀ ਹੈ ਨਗਰ ਦਾ, ਇਹਦੇ ਘਰ ਪਹੁੰਚੇ ਨੇ। ਤੇ ਇੱਥੇ ਇਸ ਚੌਧਰੀ ਨੇ ਸੇਵਾ ਵੀ ਕੀਤੀ, ਇੱਥੇ ਕੁਝ ਭੋਜਨ ਪਾਣੀ ਵੀ ਕਹਿੰਦੇ ਛਕਿਆ ਇਹ ਸਿੰਘਾਂ ਨੇ। ਇੱਥੇ ਕੱਪੜੇ ਵਗੈਰਾ ਵੀ ਆਪਦੇ ਨਿਚੋੜੇ ਨੇ ਜਿਹੜੇ ਪਾਣੀ ਨਾਲ ਭਿੱਜੇ ਹੋਏ ਸਨ। ਤੇ ਇੱਥੇ ਹੀ ਕੁਝ ਜ਼ਖਮੀ ਸਿੰਘ ਨੇ ਜਿਨ੍ਹਾਂ ਦਾ ਇੱਥੇ ਇਲਾਜ ਕਰਵਾਇਆ, ਮੱਲਮ ਪੱਟੀ ਵੀ ਕਰਵਾਈ ਏ। ਤੇ ਇੱਥੇ ਹੀ ਬਾਬਾ ਬਚਿੱਤਰ ਸਿੰਘ ਜੀ ਜਿਹੜੇ ਬੜੇ ਜ਼ਖਮੀ ਹੋ ਗਏ ਸਨ। ਇਸ ਨਿਹੰਗ ਖਾਂ ਦੇ ਘਰ ਸਤਿਗੁਰੂ ਜੀ ਇਹਨੂੰ ਇੱਥੇ ਹੀ ਛੱਡ ਕੇ ਆਪ ਅੱਗੇ ਨੂੰ ਤੁਰ ਗਏ ਸਨ। ਪਤਾ ਹੈ ਪਿੱਛੇ ਸੈਨਾ ਆ ਰਹੀ ਹੈ। ਸੈਨਾ ਵੀ ਆਈ ਤੇ ਸਾਰੇ ਨਗਰ ਦੀ ਤਲਾਸ਼ੀ ਹੋਈ। ਤੇ ਇਸ ਚੌਧਰੀ ਦੇ ਘਰ ਵੀ ਆਏ ਨੇ, ਨਿਹੰਗ ਖਾਂ ਦੇ ਘਰ ਵੀ ਆਏ ਨੇ ਕਿ ਤੇਰੇ ਘਰ ਸੁਣਿਆ ਇੱਥੇ ਗੁਰੂ ਆਏ ਨੇ। ਤਲਾਸ਼ੀ ਲਈ ਸਾਰੇ ਘਰ ਦੀ। ਤੇ ਜਿਹੜੇ ਕਮਰੇ ਦੇ ਵਿੱਚ ਕਹਿੰਦੇ ਨੇ ਕਿ ਬਾਬਾ ਬਚਿੱਤਰ ਸਿੰਘ ਜੀ ਪਏ ਸਨ, ਜੋ ਬੇਹੋਸ਼, ਸੱਟਾਂ ਵੱਜੀਆਂ ਹੋਈਆਂ ਨੇ, ਜ਼ਖਮ ਹੋਏ ਨੇ ਸਰੀਰ ਦੇ, ਮੱਲਮ ਪੱਟੀ ਹੋਈ ਕਰਵਾਈ ਹੈ ਜਿੱਥੇ ਕੋਈ ਨਿਸ਼ਾਨ ਪਿਆ ਹੋਇਆ ਹੈ। ਤੇ ਇਸ ਨਿਹੰਗ ਖਾਂ ਦੀ ਲੜਕੀ ਏ ਜਿਹਦੀ 18-19 ਵਰ੍ਹਿਆਂ ਦੀ ਉਮਰ ਹੈ, ਮੁਮਤਾਜ਼ ਇਹਦਾ ਨਾਮ ਹੈ, ਤੇ ਜਿਹਦਾ ਮੰਗਣੀ ਹੋਈ ਵਈ ਏ। ਪਰ ਜਦੋਂ ਸੈਨਾ ਇਹਦੇ ਘਰ ਆਈ ਏ, ਤਲਾਸ਼ੀ ਲੈ ਰਹੀ ਏ, ਤੇ ਕਹਿੰਦੇ ਨੇ ਕਿ ਇਸ ਕਮਰੇ ਦੇ ਵਿੱਚ ਕੌਣ ਹੈ? ਤੇ ਨਿਹੰਗ ਖਾਂ ਨੇ ਕਹਿ ਦਿੱਤਾ ਇੱਥੇ ਮੇਰੀ ਧੀ ਤੇ ਮੇਰਾ ਜਵਾਈ ਏ। ਤੇ ਲੜਕੀ ਨੇ ਆਵਾਜ਼ ਸੁਣ ਲਈ ਤੇ ਸੈਨਾ ਉਸੇ ਵੇਲੇ ਮੁੜ ਗਈ। ਤੇ ਉਸ ਲੜਕੀ ਨੇ ਸਾਰੀ ਜ਼ਿੰਦਗੀ
ਦੂਸਰੇ ਦਿਨ ਹੀ ਬਾਬਾ ਬਚਿੱਤਰ ਸਿੰਘ ਜੀ ਤੇ ਚੜ੍ਹਾਈ ਕਰ ਗਏ ਸਨ। ਪਰ ਇਸ ਲੜਕੀ ਨੇ ਨਿਜ਼ਮ ਕਰ ਲਿਆ, ਪਿਤਾ ਨੇ ਕਹਿ ਦਿੱਤਾ ਇਹ ਮੇਰਾ ਜਵਾਈ ਏ, ਤੇ ਬਸ ਉਸਨੇ ਸਾਰੀ ਜ਼ਿੰਦਗੀ ਫਿਰ ਬਾਬਾ ਬਚਿੱਤਰ ਸਿੰਘ ਜੀ ਉਹਨਾਂ ਦੀ ਪਤਨੀ ਦੇ ਰੂਪ ਦੇ ਵਿੱਚ ਆਪਣਾ ਸਾਰਾ ਜੀਵਨ ਸੀ ਜਿਹੜਾ ਉਹ ਨਿਭਾਉਣਾ ਕੀਤਾ ਏ। ਤੇ ਸਤਿਗੁਰੂ ਜੀ ਸ਼ਾਮਾਂ ਵੇਲ ਪੈਂਦਿਆਂ ਹੀ, ਸੱਤ ਪੋਹ ਦੀ ਰਾਤ ਪੈਂਦਿਆਂ ਹੀ ਚਮਕੌਰ ਦੀ ਕੱਚੀ ਗੜੀ ਦੇ ਵਿੱਚ ਜਾ ਕੇ ਬਿਰਾਜਮਾਨ ਹੁੰਦੇ ਨੇ। ਸੋ ਇਹ ਪਾਵਨ ਇਤਿਹਾਸ ਅੱਜ ਦੇ ਦਿਨ ਦਾ, ਸੱਤ ਪੋਹ ਦਾ ਇਤਿਹਾਸ ਇੱਥੇ ਤੱਕ ਦਾ। ਕੱਲ੍ਹ ਦੀਆਂ ਵਿਚਾਰਾਂ ਕੱਲ੍ਹ ਦੇ ਦਿਨ ਤੇ ਸਤਿਗੁਰੂ ਕਿਰਪਾ ਕਰਨ, ਜੁੜ ਮਿਲ ਕਰਕੇ ਭਾਈ ਆਪਾਂ ਉਹਨਾਂ ਦੇ ਦਿਹਾੜੇ ਮਨਾਇਆ ਕਰੋ, ਕਿਉਂਕਿ ਉਹਨਾਂ ਦੀਆਂ ਇਹ ਮਹਾਨ ਸ਼ਹਾਦਤਾਂ ਕਰਕੇ ਹੀ ਅਸੀਂ ਅੱਜ ਸਰਦਾਰੀਆਂ ਮਾਣ ਰਹੇ ਹਾਂ। ਸੋ ਆਪਾਂ ਉਹਨਾਂ ਦੀ ਯਾਦ ਵਿੱਚ ਸਿਮਰਨ ਦੇ ਵਿੱਚ ਵੀ ਜੁੜਨਾ ਹੈ। ਤੇ ਜਿੰਨਾ ਕੁ ਸਮਾਂ ਆਪਣੇ ਕੋਲੇ ਹੁਣ ਬਾਕੀ ਹੈ, ਆਪਾਂ ਉਹਨਾਂ ਦੀ ਯਾਦ ਵਿੱਚ ਉਹ ਸਮਾਂ ਅੱਖਾਂ ਬੰਦ ਕਰਕੇ ਕਿਵੇਂ ਸਤਿਗੁਰੂ ਜੀ ਸਰਸਾ ਨਦੀ ਪਾਰ ਕਰਕੇ ਗਏ ਹੋਣੇ ਨੇ, ਕਿਵੇਂ ਸਾਰੇ ਪਰਿਵਾਰ ਦਾ ਵਿਛੋੜਾ ਪਿਆ ਹੋਣਾ, ਤੇ ਕਿਵੇਂ ਸਾਰਾ ਪਰਿਵਾਰ ਵੱਖੋ ਵੱਖਰਾ ਹੋ ਗਿਆ ਜਿਹੜਾ ਮੁੜ ਕੇ ਕਦੇ ਨਹੀਂ ਮਿਲਿਆ। ਨਾ ਛੋਟੇ ਭਰਾਵਾਂ ਨੂੰ ਵੱਡੇ ਭਰਾ ਮਿਲੇ, ਨਾ ਵੱਡਿਆਂ ਨੂੰ ਛੋਟੇ ਭਰਾ ਮਿਲੇ, ਨਾ ਪੁੱਤਰਾਂ ਨੂੰ ਮਾਤਾ ਮਿਲੀ, ਨਾ ਮਾਤਾਵਾਂ ਨੂੰ ਪੁੱਤਰ ਮਿਲੇ, ਤੇ ਨਾ ਪਿਤਾ ਨੂੰ ਮੁੜ ਕੇ ਉਹ ਬੱਚੇ ਮਿਲੇ, ਤੇ ਨਾ ਬੱਚਿਆਂ ਨੂੰ ਉਹਨਾਂ ਦਾ ਮੁੜ ਕੇ ਪਿਤਾ ਮਿਲਿਆ। ਐਸਾ ਵਿਛੋੜਾ ਅੱਜ ਸੱਤ ਪੋਹ ਦਾ ਵਿਛੋੜਾ ਪਿਆ ਪਰਿਵਾਰ ਦੇ ਉੱਪਰ। ਪਰ ਸਤਿਗੁਰੂ ਕਲਗੀਧਰ ਦਸਮੇਸ਼ ਪਾਤਸ਼ਾਹ ਜੀ ਵੱਡੇ ਜਿਗਰੇ ਵਾਲੇ ਨੇ, ਜਿਹੜੇ ਸਾਡੇ ਦੇ ਵਿੱਚ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ ਚਾਰ ਭਇਓ, ਚਾਰ ਮੋਏ ਤੋਂ ਕਿਆ ਭਇਓ, ਜੀਵਤ ਕਈ ਹਜ਼ਾਰ। ਉਹਨਾਂ ਨੇ ਆਪਣੇ ਸਿੱਖ ਦੇ ਵਿੱਚ, ਆਪਣੇ ਖਾਲਸੇ ਦੇ ਵਿੱਚ ਹੀ ਆਪਣੇ ਬੱਚਿਆਂ ਨੂੰ ਵੇਖਣਾ ਕੀਤਾ ਹੈ। ਸੋ ਆਓ ਸਿਮਰਨ ਦਾ ਸਮਾਂ ਹੋ ਚੱਲਿਆ, ਆਪਾਂ ਵੀ ਗੁਰੂ ਪੁੱਤਰ ਹੋਣ ਦਾ ਫਰਜ਼ ਨਿਭਾਈਏ। ਆਪਾਂ ਵੀ ਖੰਡੇ ਦੀ ਪਹੁਲ ਲੈ ਕੇ ਅਸੀਂ ਵੀ ਗੁਰੂ ਪੁੱਤਰ ਬਣੀਏ। ਅਸੀਂ ਉਹ ਅਜੀਤ ਤੇ ਜੁਝਾਰ ਤੇ ਨਹੀਂ ਬਣ ਸਕਦੇ, ਪਰ ਉਸ ਪਿਤਾ ਦੀਆਂ ਅੱਖਾਂ ਦੇ ਲਈ ਅਸੀਂ ਤਾਰੇ ਤੇ ਬਣ ਸਕਦੇ ਹਾਂ, ਭਾਵ ਗੁਰੂ ਦੇ ਪਿਆਰੇ ਸਿੱਖ ਤੇ ਬਣ ਸਕਦੇ ਹਾਂ। ਉਹ ਗੁਰੂ ਦੀਆਂ ਯਾਦਾਂ ਵਿੱਚ ਜੁੜ ਮਿਲ ਬੈਠਿਆ ਕਰੀਏ। ਸੋ ਆਓ ਰਹਿੰਦੀਆਂ ਵਾਰਤਾਂ ਇਤਿਹਾਸ ਦੀਆਂ ਕੱਲ੍ਹ ਦੇ ਦਿਨ ਤੇ ਸਤਿਗੁਰੂ ਕਿਰਪਾ ਕਰਨ। ਆਓ ਸਾਰੀਆਂ ਸੰਗਤਾਂ ਰਲ ਮਿਲ ਕਰਕੇ 10-15 ਮਿੰਟ ਆਪਾਂ ਸਿਮਰਨ ਵਿੱਚ ਵੀ ਜੁੜਨਾ। ਸਾਰੀਆਂ ਸੰਗਤਾਂ ਬੜੇ ਪਿਆਰ ਸਤਿਕਾਰ ਦੇ ਨਾਲ ਆਪਾਂ ਸਿਮਰਨ ਕਰਨਾ ਹੈ। ਸੋ ਆਓ ਸਾਰੀਆਂ ਸੰਗਤਾਂ ਰਲ ਮਿਲ ਕਰਕੇ ਵਾਹਿਗੁਰੂ ਦੀ ਯਾਦ ਵਿੱਚ ਜੁੜਨਾ ਕਰੀਏ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ
ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਸ਼ਲੋਕ ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਦਿਵਸ ਰਾਤ ਦੋਇ ਦਾਈ ਦਾਇਆ ਖੇਲੈ ਸਗਲ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਕਰਮੀ ਆਪੋ ਆਪਣੀ ਕੇ ਨੇੜੈ ਕੇ ਜਿਨੀ ਨਾਮ ਧਿਆਇਆ ਗਏ ਮਸਕਤ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਜਿਨੀ ਨਾਮ ਧਿਆਇਆ ਗਏ ਮਸਕਤ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।